ਇਹ ਸੋਚਿਆ ਜਾਂਦਾ ਕਿ ਜੋ ਕੱਟੜਤਾ ਉਹ ਸਿਰਫ ਧਾਰਮਿਕ ਲੋਕਾਂ ਵਿੱਚ ਹੀ ਹੁੰਦੀ ਹੈ, ਪਰ ਅਜਿਹਾ ਨਹੀਂ ਗਾ। ਸਾਡੇ ਜੋ ਵਿਗਿਆਨਕ ਹੈ, ਸਾਡੇ ਜੋ ਡਾਕਟਰ ਹੈ, ਸਾਡੇ ਜੋ ਵਿਦਵਾਨ ਹੈ, ਉਹ ਵੀ ਕਈ ਮਾਮਲਿਆਂ ਵਿੱਚ ਬਹੁਤ ਹੀ ਕੱਟੜ ਹੁੰਦੇ ਆ। ਚਾਹੇ ਸੱਚ ਉਹਨਾਂ ਦੇ ਸਾਹਮਣੇ ਹੋਵੇ, ਫਿਰ ਵੀ ਉਹ ਉਸ ਨੂੰ ਨਕਾਰਦੇ ਰਹਿੰਦੇ ਆ। ਅਤੇ ਦੁਨੀਆ ਵਿੱਚ ਜਦੋਂ ਵੀ ਕੋਈ ਅਲੱਗ ਖੋਜ ਹੋਈ ਹੈ, ਵਿਗਿਆਨ ਦੀ ਦੁਨੀਆ ਵਿੱਚ ਜਦੋਂ ਵੀ ਕੁਝ ਅਜਿਹਾ ਖੋਜਿਆ ਗਿਆ ਜੋ ਪਹਿਲਾਂ ਪਾਏ ਜਾ ਰਹੇ ਵਿਚਾਰਾਂ ਤੋਂ ਉਲਟ ਸੀ, ਤਾਂ ਉਸ ਖੋਜ ਨੂੰ ਸਵੀਕਾਰਨ 'ਤੇ ਸਾਡਾ ਜੋ ਵਿਗਿਆਨਕ ਜਗਤ ਹੈ ਉਸ ਨੂੰ ਥੋੜ੍ਹਾ ਸਮਾਂ ਲੱਗਿਆ। ਤਾਂ ਅੱਜ ਕੱਲ੍ਹ ਦੁਨੀਆ ਵਿੱਚ ਲੱਖਾਂ ਦੀ ਗਿਣਤੀ ਵਿੱਚ ਖੋਜ ਕਾਰਜ ਹੁੰਦੇ ਆ। ਜਿਵੇਂ ਕਿ ਪਿਛਲੇ ਸਾਲ ਤਕਰੀਬਨ 220 ਦੇਸ਼ਾਂ ਵਿੱਚ 4 ਲੱਖ ਤੋਂ ਜ਼ਿਆਦਾ ਖੋਜ ਕਾਰਜ ਹੋਏ ਜੋ ਮੈਡੀਕਲ ਵਿਗਿਆਨ ਨਾਲ ਸੰਬੰਧਿਤ ਸਨ। ਉਹ ਜੋ ਖੋਜ ਕਾਰਜ ਹੈ, ਚਾਹੇ ਕਿਸੇ ਵੀ ਵਿਸ਼ੇ ਉੱਪਰ ਕੀਤੇ ਗਏ, ਪਰ ਹਰ ਉਸ ਖੋਜ ਕਾਰਜ ਵਿੱਚ ਇੱਕ ਜੋ ਖੋਜ ਹੋਈ ਉਹ ਹਰ ਵਾਰ ਸੱਚ ਸਾਬਤ ਹੋਈ। 4 ਲੱਖ ਵਾਰ ਜੇ ਇਹ ਖੋਜ ਕਾਰਜ ਹੋਏ ਤਾਂ 4 ਲੱਖ ਵਾਰ ਉਹ ਜੋ ਖੋਜ ਹੈ ਉਹ ਸੱਚ ਸਾਬਤ ਹੋਈ। ਅਤੇ ਲਗਭਗ ਜਦੋਂ ਤੋਂ ਵਿਗਿਆਨ ਨਾਲ ਸੰਬੰਧਿਤ, ਮੈਡੀਕਲ ਸਾਇੰਸ ਨਾਲ ਸੰਬੰਧਿਤ ਇਹ ਖੋਜ ਕਾਰਜ ਸ਼ੁਰੂ ਹੋਏ, ਉਸੇ ਸਮੇਂ ਤੋਂ ਹੀ ਉਹ ਖੋਜ ਹਮੇਸ਼ਾ ਸੱਚ ਸਾਬਤ ਹੋਈ ਹੈ। ਤਾਂ ਉਹ ਜੋ ਖੋਜ ਹੈ ਉਹ ਬੜੀ ਚਮਤਕਾਰੀ ਹੈ, ਪਰ ਫਿਰ ਵੀ ਸਾਡੇ ਵਿਗਿਆਨਕ, ਸਾਡੇ ਡਾਕਟਰ ਉਸ ਤੋਂ ਅੱਖਾਂ ਮੀਚਦੇ ਆ। ਉਹ ਖੋਜ ਜਾਂ ਉਹ ਇੱਕ ਤਰ੍ਹਾਂ ਦਾ ਚਮਤਕਾਰ ਹੀ ਰੱਖ ਲਓ, ਪਰ ਫਿਲਹਾਲ ਆਸਾਨ ਭਾਸ਼ਾ ਵਿੱਚ ਸਮਝਣ ਲਈ ਅਸੀਂ ਉਹ ਖੋਜ ਹੀ ਕਹਾਂਗੇ। ਤਾਂ ਉਹ ਖੋਜ ਹੈ ਪਲਸੀਬੋ ਇਫੈਕਟ। ਤਾਂ ਦੁਨੀਆ ਵਿੱਚ ਜਦੋਂ ਵੀ ਕਿਸੇ ਦਵਾਈ ਨਾਲ ਸੰਬੰਧਿਤ, ਕਿਸੇ ਟੀਕੇ ਨਾਲ ਸੰਬੰਧਿਤ ਕੋਈ ਖੋਜ ਕੀਤੀ ਜਾਂਦੀ ਹੈ, ਤਾਂ ਉਸ ਖੋਜ ਵਿੱਚ ਜੋ ਗਰੁੱਪ ਬਣਾਏ ਜਾਂਦੇ ਆ, ਉਸ ਵਿੱਚ ਇੱਕ ਗਰੁੱਪ ਹੁੰਦਾ ਜਿਸ ਨੂੰ ਕਿ ਪਲਸੀਬੋ ਦਵਾਈ ਦਿੱਤੀ ਜਾਂਦੀ ਹੈ, ਪਲਸੀਬੋ ਟੀਕਾ ਲਾਇਆ ਜਾਂਦਾ। ਉਹ ਪਲਸੀਬੋ ਟੀਕਾ ਜਾਂ ਪਲਸੀਬੋ ਜੋ ਦਵਾਈ ਹੈ ਅਸਲ ਵਿੱਚ ਇੱਕ ਬਨਾਵਟੀ ਦਵਾਈ ਹੁੰਦੀ ਹੈ, ਜਾਂ ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਦਵਾਈ ਹੁੰਦੀ ਨਹੀਂ। ਪਰ ਫਿਰ ਵੀ ਉਸ ਪਲਸੀਬੋ ਜੋ ਗਰੁੱਪ ਹੁੰਦਾ ਲੋਕਾਂ ਦਾ, ਤਾਂ ਉਸ ਗਰੁੱਪ ਵਿੱਚ ਕੁਝ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਦੀ ਬਿਮਾਰੀ ਸੱਚਮੁੱਚ ਠੀਕ ਹੋ ਜਾਂਦੀ ਹੈ। ਤਾਂ ਅਜਿਹਾ ਦੁਨੀਆ ਵਿੱਚ ਹੋਣ ਵਾਲੀ ਹਰ ਮੈਡੀਕਲ ਸਾਇੰਸ ਦੀ ਖੋਜ ਵਿੱਚ ਹੁੰਦਾ ਹੀ ਹੁੰਦਾ। ਤਾਂ ਇਹ ਜੋ ਪਲਸੀਬੋ ਇਫੈਕਟ ਹੈ ਇਹ ਬੜਾ ਮੰਨਿਆ ਪ੍ਰਮੰਨਿਆ ਅਜਮਾਇਆ ਹੋਇਆ ਇਫੈਕਟ ਹੈ। ਇਹ ਸੱਚਮੁੱਚ ਅਸਰ ਕਰਦਾ, ਇਹ ਬਹੁਤ ਜ਼ਿਆਦਾ ਅਸਰ ਕਰਦਾ ਅਤੇ ਕੁਝ ਮਾਮਲਿਆਂ ਵਿੱਚ 100% ਅਸਰ ਕਰਦਾ। ਅਤੇ ਸਭ ਤੋਂ ਵੱਡੀ ਗੱਲ, ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੁੰਦਾ। ਤਾਂ ਫਿਰ ਵੀ ਸਾਡੇ ਡਾਕਟਰ, ਸਾਡੇ ਵਿਗਿਆਨਕ ਇਸ ਚਮਤਕਾਰੀ ਖੋਜ ਤੋਂ ਅੱਖਾਂ ਬੰਦ ਕਰੀ ਬੈਠੇ ਆ। ਪਰ ਸਾਡੇ ਜੋ ਪੁਰਾਣੇ ਬਜ਼ੁਰਗ ਸਨ, ਤਾਂ ਉਹ ਇਸ ਖੋਜ ਤੋਂ ਆਪਣੀਆਂ ਬਿਮਾਰੀਆਂ ਤੋਂ ਮੁਕਤੀ ਲਈ ਬਹੁਤ ਜ਼ਿਆਦਾ ਫਾਇਦਾ ਉਠਾਉਂਦੇ ਸਨ। ਪਰ ਜੋ ਅੱਜ ਕੱਲ੍ਹ ਜੋ ਡਾਕਟਰ ਹੈ ਉਹ ਉਸ ਫਾਇਦੇ ਨੂੰ ਵੀ ਨਿੰਦ ਕੇ ਉਸ ਤਕਨੀਕ ਨੂੰ ਲੋਕਾਂ ਨੂੰ ਇਸਤੇਮਾਲ ਕਰਨ ਤੋਂ ਮਨ੍ਹਾ ਕਰਦੇ ਆ। ਤਾਂ ਉਹ ਤਕਨੀਕ ਜੋ ਸਦੀਆਂ ਤੋਂ ਸਾਡੇ ਸਮਾਜ ਵਿੱਚ ਅਪਣਾਈ ਜਾ ਰਹੀ ਹੈ, ਉਹ ਪਲਸੀਬੋ ਇਫੈਕਟ ਵਾਲੀ ਜੋ ਤਕਨੀਕ, ਜੋ ਸ਼ਾਇਦ ਸਾਡੇ ਜੋ ਸਾਡੀ ਮੈਡੀਕਲ ਸਾਇੰਸ ਹੈ ਉਸ ਨੇ ਸ਼ਾਇਦ ਉਹ ਬਾਅਦ ਵਿੱਚ ਖੋਜੀ ਹੋਵੇ, ਪਰ ਸਾਡੇ ਬਜ਼ੁਰਗਾਂ ਨੇ ਹਜ਼ਾਰਾਂ ਸਾਲ ਪਹਿਲਾਂ ਤੋਂ ਉਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ ਅਤੇ ਬੜੀ ਕਾਮਯਾਬੀ ਨਾਲ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੁਣ ਤੱਕ। ਪਰ ਹੁਣ ਉਹੀ ਤਕਨੀਕ ਬਦਨਾਮ ਹੋ ਗਈ ਹੈ, ਉਸ ਨੂੰ ਵਹਿਮ ਮੰਨਿਆ ਜਾਂਦਾ, ਉਸ ਨੂੰ ਨਿੰਦਿਆ ਜਾਂਦਾ, ਉਸ ਨੂੰ ਅਨਪੜ੍ਹਤਾ ਦੀ ਨਿਸ਼ਾਨੀ ਮੰਨਿਆ ਜਾਂਦਾ।
ਤਾਂ ਉਹ ਤਕਨੀਕ ਹੈ ਹਥੌਲਾ ਪਾਉਣਾ, ਜਿਸ ਨੂੰ ਕਈ ਇਲਾਕਿਆਂ ਵਿੱਚ, ਪੰਜਾਬ ਦੇ ਕਈ ਇਲਾਕਿਆਂ ਵਿੱਚ ਹੱਥੌਲਾ ਵੀ ਕਿਹਾ ਜਾਂਦਾ। ਤਾਂ ਜੋ ਹਥੌਲਾ ਜਾਂ ਧਾਗਾ ਤਵੀਤ, ਇਹ ਪਲਸੀਬੋ ਇਫੈਕਟ ਦਾ ਬਹੁਤ ਹੀ ਚੰਗਾ ਇਸਤੇਮਾਲ ਹੈ। ਤਾਂ ਮੇਰਾ ਮੰਨਣਾ ਕਿ ਇਸ ਤਕਨੀਕ ਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਅਤੇ ਡਾਕਟਰਾਂ ਨੂੰ ਵੀ ਇਸ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਨਾਲ ਦਵਾਈ ਵੀ ਲੈਂਦੇ ਰਹੋ, ਪਰ ਨਾਲ ਪਲਸੀਬੋ ਇਫੈਕਟ ਦਾ ਵੀ ਜਿੰਨਾ ਹੋ ਸਕੇ ਫਾਇਦਾ ਉਠਾਓ। ਹਾਲਾਂਕਿ ਸਾਡੇ ਸਾਰੇ ਡਾਕਟਰ, ਸਾਡੇ ਮਾਹਿਰ ਡਾਕਟਰ ਇਹ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਵੀ ਉਹ ਕਿਸੇ ਮਰੀਜ਼ ਨੂੰ ਦਵਾਈ ਦਿੰਦੇ ਆ ਤਾਂ ਉਸ ਮਰੀਜ਼ ਦੇ ਠੀਕ ਹੋਣ ਵਿੱਚ 60 ਤੋਂ 70% ਦਵਾਈਆਂ ਦਾ ਕੰਮ ਹੁੰਦਾ ਅਤੇ 30 ਤੋਂ 40% ਪਲਸੀਬੋ ਇਫੈਕਟ ਦਾ ਹੀ ਕੰਮ ਹੁੰਦਾ ਅਤੇ ਕਈ ਮਾਮਲਿਆਂ ਵਿੱਚ 50% ਤੋਂ ਵੀ ਜ਼ਿਆਦਾ ਪਲਸੀਬੋ ਇਫੈਕਟ ਹੀ ਕੰਮ ਕਰ ਰਿਹਾ ਹੁੰਦਾ। ਅਤੇ ਮੇਰੇ ਕੁਝ ਬਹੁਤ ਹੀ ਸਿਆਣੇ ਡਾਕਟਰਾਂ ਦੇ ਕਹਿਣ ਅਨੁਸਾਰ, ਬਹੁਤ ਹੀ ਸੁਲਝੇ ਹੋਏ ਚੰਗੇ ਇਨਸਾਨ ਜੋ ਡਾਕਟਰ ਆ, ਉਹਨਾਂ ਦੇ ਤਜਰਬੇ ਅਨੁਸਾਰ ਕੁਝ ਮਾਮਲਿਆਂ ਵਿੱਚ ਦਵਾਈ 0% ਕੰਮ ਕਰ ਰਹੀ ਹੁੰਦੀ ਹੈ ਅਤੇ ਪਲਸੀਬੋ ਇਫੈਕਟ 100% ਕੰਮ ਕਰ ਰਿਹਾ ਹੁੰਦਾ। ਯਾਨੀ ਕਿਸੇ ਮਰੀਜ਼ ਦੇ ਤੰਦਰੁਸਤ ਹੋਣ ਵਿੱਚ ਦਵਾਈ ਦਾ ਕੋਈ ਹੱਥ ਹੀ ਨਹੀਂ ਹੁੰਦਾ, ਸਿਰਫ ਉਸ ਮਰੀਜ਼ ਦਾ ਭਰੋਸਾ ਉਸ ਨੂੰ ਠੀਕ ਕਰ ਦਿੰਦਾ। ਚਾਹੇ ਜੋ ਅਜਿਹੇ ਮਾਮਲੇ ਹੁੰਦੇ ਆ ਬਹੁਤ ਹੀ ਘੱਟ ਹੁੰਦੇ ਆ, ਪਰ ਹਰ ਮਾਮਲੇ ਵਿੱਚ ਚਾਹੇ ਕੋਈ ਵੀ ਬਿਮਾਰੀ ਹੋਵੇ 30% ਤਾਂ ਪਲਸੀਬੋ ਇਫੈਕਟ ਦਾ ਹੀ ਕੰਮ ਹੈ ਮਰੀਜ਼ ਨੂੰ ਤੰਦਰੁਸਤ ਕਰਨ ਵਿੱਚ। ਤਾਂ ਫਿਰ ਵੀ ਸਾਡੇ ਜੋ ਡਾਕਟਰ ਪਲਸੀਬੋ ਇਫੈਕਟ ਤੋਂ ਇੱਕ ਤਰ੍ਹਾਂ ਨਫ਼ਰਤ ਕਰਦੇ ਆ। ਪਲਸੀਬੋ ਇਫੈਕਟ ਤੋਂ ਕੰਮ ਲੈਣ ਦੀ ਇਸ ਤਕਨੀਕ ਨੂੰ, ਹਥੌਲਾ ਤਵੀਤ, ਇਸ ਨੂੰ ਬਿਨਾਂ ਸੋਚੇ ਸਮਝੇ, ਬਿਨਾਂ ਇਸ ਉੱਪਰ ਥੋੜ੍ਹਾ ਵਿਚਾਰ ਕੀਤੇ ਇਸ ਨੂੰ ਰੱਦ ਕਰਦੇ ਆ, ਮੂਲੋਂ ਹੀ ਰੱਦ ਕਰ ਦਿੰਦੇ ਆ। ਤਾਂ ਮੇਰੀ ਉਹਨਾਂ ਡਾਕਟਰ ਦੋਸਤਾਂ ਅੱਗੇ ਬੇਨਤੀ ਹੈ ਕਿ ਤੁਸੀਂ ਸਾਰੇ ਡਾਕਟਰ ਇਕੱਠੇ ਹੋ ਕੇ ਕੋਈ ਅਜਿਹਾ ਢੰਗ, ਅਜਿਹੀ ਤਕਨੀਕ ਬਣਾਓ ਜਿਸ ਵਿੱਚ ਇਸ ਪਲਸੀਬੋ ਇਫੈਕਟ ਦਾ, ਚਾਹੇ ਉਹ ਧਾਗੇ ਤਵੀਤ ਵਾਲੀ ਹੋਵੇ ਜਾਂ ਇਸ ਦਾ ਥੋੜ੍ਹਾ ਰੂਪ ਬਦਲ ਦਿੱਤਾ ਜਾਵੇ, ਇਸ ਦਾ ਵੀ ਦਵਾਈ ਬੂਟੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਅਤੇ ਚੰਗੇ ਤੋਂ ਚੰਗਾ ਇਸਤੇਮਾਲ ਕੀਤਾ ਜਾਵੇ। ਤਾਂ ਇਸ ਤਰ੍ਹਾਂ ਸਾਨੂੰ ਦਵਾਈ ਦੀ ਵੀ ਘੱਟ ਜ਼ਰੂਰਤ ਪਵੇਗੀ ਅਤੇ ਅਸੀਂ ਜੋ ਦਵਾਈਆਂ ਦੇ ਜੋ ਸਾਈਡ ਇਫੈਕਟ ਹੈ ਉਹਨਾਂ ਤੋਂ ਵੀ ਕਾਫੀ ਹੱਦ ਤੱਕ ਬਚਣ ਵਿੱਚ ਕਾਮਯਾਬ ਹੋ ਜਾਵਾਂਗੇ। ਅਤੇ ਇਹ ਜੋ ਪਲਸੀਬੋ ਇਫੈਕਟ ਵਾਲੀ ਤਕਨੀਕ ਹੈ ਇਸ ਨੂੰ ਇਸਤੇਮਾਲ ਕਰਦੇ ਹੋਏ ਅਸੀਂ ਹੋਰ ਡਿਵੈਲਪ ਕਰਾਂਗੇ, ਇਸ ਉੱਪਰ ਹੋਰ ਖੋਜ ਕਾਰਜ ਕਰਾਂਗੇ। ਪਲਸੀਬੋ ਇਫੈਕਟ ਇੱਕ ਅਜਿਹੀ ਖੋਜ ਹੈ ਕਿ ਜੋ ਦੁਨੀਆ ਦੀ ਹਰ ਖੋਜ ਵਿੱਚ ਸੱਚ ਸਾਬਤ ਹੁੰਦੀ ਹੈ, ਪਰ ਫਿਰ ਵੀ ਅੱਜ ਤੱਕ ਇਸ ਇਫੈਕਟ ਉੱਪਰ, ਪਲਸੀਬੋ ਇਫੈਕਟ ਉੱਪਰ ਕਿਸੇ ਨੇ ਖੋਜ ਕਰਨ ਲਈ ਸੋਚਿਆ ਹੀ ਨਹੀਂ। ਕਿਉਂਕਿ ਜਿੰਨੇ ਵੀ ਦੁਨੀਆ ਵਿੱਚ ਮੈਡੀਕਲ ਸਾਇੰਸ ਨਾਲ ਸੰਬੰਧਿਤ ਖੋਜ ਕਾਰਜ ਹੁੰਦੇ ਆ ਉਹ ਅਜਿਹੇ ਹੁੰਦੇ ਆ ਜੋ ਦਵਾਈਆਂ ਦੀਆਂ ਕੰਪਨੀਆਂ ਹੀ ਉਹਨਾਂ ਨੂੰ ਖੋਜ ਕਾਰਜਾਂ ਨੂੰ ਤਿਆਰ ਕਰਦੀਆਂ, ਖੋਜ ਕਾਰਜਾਂ ਨੂੰ ਖਰਚਾ ਦਿੰਦੀਆਂ। ਕਿਉਂਕਿ ਅਜਿਹੇ ਕਾਰਜਾਂ ਵਿੱਚ, ਵਿਗਿਆਨ ਨਾਲ ਸੰਬੰਧਿਤ ਅਜਿਹੀਆਂ ਖੋਜਾਂ ਵਿੱਚ ਬਹੁਤ ਜ਼ਿਆਦਾ ਖਰਚਾ ਆਉਂਦਾ। ਤਾਂ ਜੋ ਇਹ ਦਵਾਈਆਂ ਵਾਲੀਆਂ ਵੱਡੀਆਂ ਵੱਡੀਆਂ ਅਰਬਾਂਪਤੀ ਕੰਪਨੀਆਂ ਇਹ ਸਿਰਫ ਉਹਨਾਂ ਵਿਸ਼ਿਆਂ ਉੱਪਰ ਹੀ ਖੋਜ ਕਾਰਜ ਸ਼ੁਰੂ ਕਰਦੀਆਂ ਜਾਂ ਅਜਿਹੇ ਹੀ ਖੋਜ ਕਾਰਜਾਂ ਨੂੰ ਪ੍ਰਮੋਟ ਕਰਦੀਆਂ
ਜਿਨ੍ਹਾਂ ਦਾ ਕਿ ਇਹਨਾਂ ਨੂੰ ਫਾਇਦਾ ਹੋ ਸਕੇ। ਇਹ ਜੋ ਪਲਸੀਬੋ ਇਫੈਕਟ ਹੈ, ਅਸਲ ਵਿੱਚ ਇਹ ਇਹਨਾਂ ਅਰਬਾਂ ਖਰਬਾਂ ਪਤੀ ਕੰਪਨੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰੇਗਾ। ਇਸ ਲਈ ਇਸ ਇਫੈਕਟ ਨੂੰ, ਇਸ ਚਮਤਕਾਰੀ ਖੋਜ ਨੂੰ ਹਮੇਸ਼ਾ ਤੋਂ ਦਬਾਇਆ ਜਾ ਰਿਹਾ। ਤਾਂ ਮੇਰੀ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਛੋਟੇ-ਮੋਟੇ ਦਰਦ ਵਿੱਚ, ਜਿਵੇਂ ਕਿ ਜੇ ਤੁਹਾਡੇ ਦੰਦ ਵਿੱਚ ਦਰਦ ਹੋ ਰਿਹਾ ਜਾਂ ਤੁਹਾਡੇ ਪੈਰ ਵਿੱਚ ਕਿਸੇ ਤਰ੍ਹਾਂ ਦੀ ਚੋਟ ਲੱਗ ਗਈ ਹੈ, ਛੋਟਾ ਜ਼ਖਮ ਹੈ, ਉਸ ਵਿੱਚ ਦਰਦ ਹੋ ਰਿਹਾ, ਜਾਂ ਅਜਿਹਾ ਕੋਈ ਵੀ ਅਜਿਹਾ ਦਰਦ ਜਿਸ ਦਾ ਕਿ ਕਾਰਨ ਤੁਹਾਨੂੰ ਸਪਸ਼ਟ ਪਤਾ ਅਤੇ ਉਹ ਕਾਰਨ ਕੋਈ ਖਤਰਨਾਕ ਨਹੀਂਗਾ, ਜਾਨਲੇਵਾ ਨਹੀਂਗਾ, ਜਿਵੇਂ ਕਿ ਦੰਦ ਦਾ ਦੁਖਣਾ, ਪੈਰ ਵਿੱਚ ਕੋਈ ਕੰਡਾ ਚੁੱਭ ਜਾਣਾ, ਜਾਂ ਤੁਹਾਡੇ ਹੱਥ ਉੱਪਰ ਕਿਸੇ ਤਰ੍ਹਾਂ ਦਾ ਜ਼ਖਮ ਹੋ ਜਾਣਾ, ਤਾਂ ਅਜਿਹੇ ਜ਼ਖਮਾਂ ਦੇ, ਅਜਿਹੇ ਦਰਦਾਂ ਦੇ ਛੁਟਕਾਰੇ ਲਈ, ਅਜਿਹੇ ਦਰਦਾਂ ਤੋਂ ਮੁਕਤ ਹੋਣ ਲਈ ਤੁਸੀਂ ਹਥੌੜੇ ਦਾ ਇਸਤੇਮਾਲ ਕਰੋ। ਤੁਸੀਂ ਕਿਸੇ ਵੀ ਅਜਿਹੇ ਸਿਆਣੇ ਕੋਲ ਜਾਓ ਜਾਂ ਕਿਸੇ ਤਾਂਤਰਿਕ ਜੋ ਵੀ ਤੁਹਾਡੇ ਨਜ਼ਦੀਕ ਹੈ ਉਸ ਕੋਲ ਜਾਓ ਅਤੇ ਪੇਨ ਕਿਲਰ ਲੈਣ ਤੋਂ ਪਹਿਲਾਂ ਹਥੌੜਾ ਪਵਾਓ। ਅਤੇ ਜੇ ਉਹ ਹਥੌੜਾ ਤੁਹਾਡੇ ਉੱਪਰ ਕੰਮ ਕਰਦਾ, ਕਿਉਂਕਿ ਕਈ ਮਾਮਲਿਆਂ ਵਿੱਚ ਇਹ ਕੰਮ ਨਹੀਂ ਕਰੇਗਾ, ਪਰ ਜੇ ਤੁਹਾਡੇ ਉੱਪਰ ਇਹ ਕੰਮ ਕਰਦਾ ਤਾਂ ਤੁਸੀਂ ਓਨੀ ਦੇਰ, ਜਿੰਨੀ ਦੇਰ ਤੁਹਾਨੂੰ ਦਰਦ ਨਹੀਂ ਹੋ ਰਿਹਾ, ਤੁਸੀਂ ਪੇਨ ਕਿਲਰ ਦਾ ਇਸਤੇਮਾਲ ਨਾ ਕਰੋ। ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਗੰਭੀਰ ਬਿਮਾਰੀ ਆ, ਸੀਰੀਅਸ ਕੋਈ ਮੁਸ਼ਕਲ ਆ ਤੁਹਾਨੂੰ, ਤਾਂ ਉਸ ਵਿੱਚ ਡਾਕਟਰ ਦੀ ਸਲਾਹ ਸਭ ਤੋਂ ਜ਼ਰੂਰੀ ਹੈ। ਡਾਕਟਰ ਦੁਆਰਾ ਦੱਸਿਆ ਗਿਆ ਪਰਹੇਜ਼ ਉਸ ਤੋਂ ਵੀ ਜ਼ਰੂਰੀ ਹੈ, ਅਤੇ ਡਾਕਟਰ ਦੁਆਰਾ ਦਿੱਤੀਆਂ ਗਈਆਂ ਜੋ ਦਵਾਈਆਂ ਉਹ ਵੀ ਪਹਿਲ ਦੇ ਆਧਾਰ 'ਤੇ ਲਵੋ। ਪਰ ਇਹਨਾਂ ਚੀਜ਼ਾਂ ਦੇ ਨਾਲ ਪਲਸੀਬੋ ਇਫੈਕਟ ਤੋਂ ਵੀ ਕੰਮ ਲਓ, ਹਥੌੜੇ ਵਾਲੇ, ਧਾਗੇ ਤਵੀਤ ਵਾਲੇ ਪਲਸੀਬੋ ਇਫੈਕਟ ਤੋਂ ਵੀ ਕੰਮ ਲਓ। ਅਤੇ ਇਸ ਪਲਸੀਬੋ ਇਫੈਕਟ ਪਿੱਛੇ ਜੋ ਥੋੜ੍ਹੀ ਬਹੁਤੀ ਸਾਇੰਸ ਜਾਣਦੀ ਹੈ, ਜੋ ਥੋੜ੍ਹਾ ਬਹੁਤਾ ਸਾਇੰਸ ਨੂੰ, ਸਾਡੀ ਨੂੰ ਗਿਆਨ ਹੈ, ਉਸ ਨੂੰ ਵੀ ਚੰਗੀ ਤਰ੍ਹਾਂ ਸਮਝ ਲਵੋ ਕਿ ਜੋ ਤੁਹਾਡਾ ਦਿਮਾਗ ਮੰਨ ਲੈਂਦਾ, ਤੁਹਾਡਾ ਸਰੀਰ ਉਸੇ ਅਨੁਸਾਰ ਢਲ ਜਾਂਦਾ। ਜੇ ਤੁਹਾਡੇ ਸਰੀਰ ਨੇ ਇਹ ਮੰਨ ਲਿਆ ਕਿ ਹਥੌੜੇ ਨਾਲ ਜਾਂ ਧਾਗੇ ਤਵੀਤ ਨਾਲ ਤੁਹਾਡਾ ਦਰਦ ਦੂਰ ਹੋ ਜਾਵੇਗਾ, ਤਾਂ ਤੁਹਾਡਾ ਸਰੀਰ ਸੱਚਮੁੱਚ ਦਰਦ ਨੂੰ ਮਹਿਸੂਸ ਕਰਨਾ ਬੰਦ ਕਰ ਦੇਵੇਗਾ। ਜੇ ਤੁਹਾਡੇ ਮਨ ਨੇ, ਤੁਹਾਡੇ ਦਿਮਾਗ ਨੇ ਇਹ ਮੰਨ ਲਿਆ ਕਿ ਧਾਗੇ ਤਵੀਤ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ, ਤਾਂ ਤੁਹਾਡਾ ਸਰੀਰ ਸੱਚਮੁੱਚ ਜਲਦੀ ਠੀਕ ਹੋ ਜਾਵੇਗਾ। ਤਾਂ ਮੇਰੇ ਖਿਆਲ ਵਿੱਚ ਇਹ ਕੋਈ ਮਾੜੀ ਗੱਲ ਨਹੀਂ, ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਵੱਲੋਂ ਮੂੰਹ ਨਾ ਮੋੜੋ, ਦਵਾਈਆਂ ਵੱਲੋਂ ਮੂੰਹ ਨਾ ਮੋੜੋ, ਅਤੇ ਪਰਹੇਜ਼ ਉੱਪਰ ਤਾਂ 100% ਕਾਇਮ ਰਹੋ। ਤਾਂ ਇਸ ਤਰ੍ਹਾਂ ਮੇਰੀ ਇਹ ਵੀਡੀਓ ਸਾਰੇ ਡਾਕਟਰ ਦੋਸਤਾਂ ਤੱਕ ਵੀ ਪਹੁੰਚਾਓ। ਸਾਡੇ ਹੋਰ ਜੋ ਮੈਡੀਕਲ ਸਾਇੰਸ ਨਾਲ ਸੰਬੰਧਿਤ ਜੋ ਵਿਦਵਾਨ ਹੈ, ਜੋ ਖੋਜ ਕਾਰਜ ਕਰਨ ਵਾਲੇ ਸਾਡੇ ਗਿਆਨੀ ਲੋਕ ਹੈ, ਤਾਂ ਮੇਰੀ ਵੀਡੀਓ ਉਹਨਾਂ ਤੱਕ ਵੀ ਪਹੁੰਚਾਓ। ਤਾਂ ਮੇਰੀ ਇਹਨਾਂ ਸਾਰੇ ਵਿਦਵਾਨ ਲੋਕਾਂ ਅੱਗੇ ਬੇਨਤੀ ਹੈ ਕਿ ਕੋਈ ਅਜਿਹਾ ਢੰਗ, ਅਜਿਹੀ ਤਕਨੀਕ, ਅਜਿਹਾ ਤਰੀਕਾ ਪੈਦਾ ਕਰੋ ਕਿ ਜਿਸ ਨਾਲ ਅਸੀਂ ਇਸ ਪਲਸੀਬੋ ਇਫੈਕਟ ਤੋਂ ਜ਼ਿਆਦਾ ਕੰਮ ਲੈ ਸਕੀਏ। ਅਸੀਂ ਕਈ ਸਦੀਆਂ ਤੋਂ ਇਸ ਜ਼ਬਰਦਸਤ ਤਕਨੀਕ ਨੂੰ ਦਬਾਇਆ ਹੋਇਆ, ਆਪਣੇ ਝੂਠੇ ਇੱਕ ਤਰ੍ਹਾਂ ਦੇ ਅਹੰਕਾਰ ਕਰਕੇ ਕਿ ਅਸੀਂ ਬਹੁਤ ਕੁਝ ਜਾਣਦੇ ਹਾਂ, ਅਸੀਂ ਇਸ ਗਿਆਨ ਨੂੰ ਦਬਾਈ ਬੈਠੇ ਹਾਂ। ਚਾਹੀਦਾ ਇਹ ਹੈ ਕਿ ਅਸੀਂ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰੀਏ ਅਤੇ ਇਸ ਉੱਪਰ ਜ਼ਿਆਦਾ ਤੋਂ ਜ਼ਿਆਦਾ ਖੋਜ ਕਰੀਏ। ਤਾਂ ਮੇਰੀ ਬੇਨਤੀ ਹੈ ਕਿ ਮੇਰੇ ਇਹਨਾਂ ਵਿਚਾਰਾਂ ਉੱਪਰ ਕਿਰਪਾ ਕਰਕੇ ਗੌਰ ਜ਼ਰੂਰ ਕਰਨਾ। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੱਲੀ।
ਹੈਲਥ ਗੁਰੂ। ਧੰਨਵਾਦ।